ਵੈਲਕਮ ਇਨ ਦੀ ਕਲਾਸ। ਅੱਜ ਆਪਣਾ ਸਾਇੰਸ ਦਾ 15ਵਾਂ ਚੈਪਟਰ ਖਾਦ ਪਦਾਰਥਾਂ ਦੇ ਵਿੱਚ ਸਾਧਨਾਂ ਵਿੱਚ ਸੁਧਾਰ ਦਾ ਨੈਕਸਟ ਟੌਪਿਕ ਹੈ ਪਸ਼ੂ ਪਾਲਣ। ਹੁਣ ਆਪਾਂ ਕੀ ਆ ਪਸ਼ੂਆਂ ਨੂੰ ਪਾਲਦੇ ਹਾਂ ਘਰਾਂ ਦੇ ਵਿੱਚ ਤਾਂ ਕਿ ਆਪਾਂ ਨੂੰ ਦੁੱਧ ਅਤੇ ਮਾਸ ਮਿਲ ਸਕੇ। ਕਈ ਵਾਰੀ ਆਪਾਂ ਨੂੰ ਘਰਾਂ ਦੇ ਵਿੱਚ ਰੱਖਦੇ ਹਾਂ ਜਾਂ ਆਪਾਂ ਕਿਸੇ ਹੋਰ ਅਲੱਗ ਜਗ੍ਹਾ ਬਣਾ ਕੇ ਉਹਨਾਂ ਨੂੰ ਪਾਲਦੇ ਹਾਂ, ਤਾਂ ਉਸ ਪਸ਼ੂ ਧਨ ਦਾ ਪ੍ਰਬੰਧਨ ਆ ਜਿਹੜਾ ਕੀ ਕਹਾਉਂਦਾ ਏ ਪਸ਼ੂ ਪਾਲਣ। ਤਾਂ ਇਹਨਾਂ ਦੇ ਲਈ ਆਪਾਂ ਨੂੰ ਬਹੁਤ ਸਾਰੇ ਕੰਮ ਕਰਨੇ ਪੈਂਦੇ ਆ, ਜਿਵੇਂ ਉਹਨਾਂ ਨੂੰ ਸਹੀ ਟਾਈਮ 'ਤੇ ਭੋਜਨ ਦੇਣਾ ਪੈਂਦਾ ਏ, ਉਹਨਾਂ ਨੂੰ ਪ੍ਰਜਨਨ ਕਰਵਾਉਣਾ ਪੈਂਦਾ ਏ, ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ, ਰੋਗ ਲੱਗਦੇ ਉਹਨਾਂ 'ਤੇ ਕਾਬੂ ਪਾਉਣਾ ਏ। ਇਹ ਸਾਰੇ ਕੰਮ ਆਪਾਂ ਨੂੰ ਕਰਨੇ ਪੈਂਦੇ ਆ। ਤਾਂ ਜਾਨਵਰ ਆਧਾਰਿਤ ਖੇਤੀ ਕਿ ਆਪਾਂ ਪਹਿਲਾਂ ਤਾਂ ਸਾਰਾ ਫਸਲਾਂ ਦੇ ਬਾਰੇ ਪੜ੍ਹ ਕੇ ਆਉਂਦਾ ਸੀਗਾ ਕਿ ਆਪਾਂ ਜਿਹੜੀ ਖੇਤੀ ਕਰਦੇ ਹਾਂ ਕਿਹੜੀਆਂ ਕਿਹੜੀਆਂ ਫਸਲਾਂ ਲਗਾਉਂਦੇ ਹਾਂ, ਕਿਵੇਂ ਲਗਾਉਂਦੇ ਹਾਂ, ਉਹਨਾਂ ਨੂੰ ਆਪਾਂ ਬਿਮਾਰੀਆਂ ਤੋਂ ਕਿਵੇਂ ਬਚਾ ਸਕਦੇ ਹਾਂ। ਉਵੇਂ ਹੀ ਪਸ਼ੂ ਪਾਲਣ ਦੇ ਵਿੱਚ ਆ। ਉੱਦਾਂ ਹੀ ਆਪਣੇ ਕੋਲ ਕੀ ਹੈ ਕਿ ਜਿਹੜੀਆਂ ਪਸ਼ੂ ਪਾਲਣ ਦੇ ਵਿੱਚ ਆਪਾਂ ਜਾਨਵਰ ਆਧਾਰਿਤ ਖੇਤੀ ਕਰਦੇ ਹਾਂ ਉਹਨਾਂ ਦੇ ਵਿੱਚ ਆਪਾਂ ਕੀ ਕੀ ਕਰ ਸਕਦੇ ਹਾਂ ਕਿ ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ ਇਹਨਾਂ ਨੂੰ ਪਾਲ ਸਕਦੇ ਹਾਂ, ਮੁਰਗੀ ਪਾਲਣ ਕਰ ਸਕਦੇ ਹਾਂ ਅਤੇ ਮੱਛੀ ਪਾਲਣ ਦਾ। ਹੁਣ ਜਿਹੜੀ ਜਨਸੰਖਿਆ ਦਾ ਵਾਧਾ ਹੋ ਰਿਹਾ ਕਿਉਂਕਿ ਉਹਨਾਂ ਰਹਿਣ ਸਹਿਣ ਦੇ ਢੰਗ ਨੇ ਜਿਹੜੇ ਉਹ ਬਦਲ ਰਹੇ ਆ, ਤਾਂ ਉਹਨਾਂ ਦੇ ਬਦਲਾਅ ਕਰਕੇ ਆਂਡੇ, ਮਾਸ ਅਤੇ ਦੁੱਧ ਦੀ ਖਪਤ ਵੀ ਵੱਧ ਗਈ ਆ। ਪਸ਼ੂ ਧਨ ਦੇ ਲਈ ਮਨੁੱਖੀ ਵਤੀਰੇ ਵਿੱਚ ਜਾਗਰੂਕਤਾ ਕਿ ਆਪਾਂ ਨੂੰ ਪਸ਼ੂ ਧਨ ਜ਼ਿਆਦਾ ਵਰਤਣਾ ਚਾਹੀਦਾ, ਮਤਲਬ ਪਸ਼ੂਆਂ ਦੀ ਖੇਤੀ ਕਰਨੀ ਚਾਹੀਦੀ ਹੈ, ਪਸ਼ੂਆਂ ਨੂੰ ਪਾਲਣਾ ਚਾਹੀਦਾ ਹੈ। ਤਾਂ ਇਹ ਸਾਰਾ ਕੁਛ ਜਾਨਵਰ ਖੇਤੀ ਦੇ ਵਿੱਚ ਆ ਜਾਂਦਾ। ਤਾਂ ਕੁਝ ਪਰੇਸ਼ਾਨੀਆਂ ਵੀ ਇਹਨਾਂ ਦੇ ਵਿੱਚ ਆਉਂਦੀਆਂ ਨੇ। ਇਸ ਉਤਪਾਦਨ ਨੂੰ ਆਪਾਂ ਕਿਵੇਂ ਵਧਾ ਸਕਦੇ ਹਾਂ ਅਤੇ ਕਿਵੇਂ ਸੁਧਾਰ ਲਿਆ ਸਕਦੇ ਹਾਂ ਉਹ ਆਪਾਂ ਇਸ ਵਿੱਚ ਦੇਖਾਂਗੇ। ਪਹਿਲਾਂ ਹੈ ਪਸ਼ੂ ਪਾਲਣ। ਪਸ਼ੂ ਪਾਲਣ ਦੇ ਦੋ ਉਦੇਸ਼ ਹੈ ਕਿ ਆਪਾਂ ਕਿਉਂ ਪਾਲਦੇ ਹਾਂ। ਇੱਕ ਤਾਂ ਹੁੰਦਾ ਹੈ ਕਿ ਆਪਾਂ ਨੂੰ ਉਹਨਾਂ ਤੋਂ ਦੁੱਧ ਮਿਲ ਜਾਂਦਾ ਹੈ ਅਤੇ ਖੇਤੀ ਕਾਰਜ ਕਿ ਹਲ ਚਲਾਉਂਦੇ ਹਾਂ, ਸਿੰਚਾਈ ਕਰਦੇ ਹਾਂ, ਭਾਰ ਢੋਂਦੇ ਹਾਂ, ਉਹਨਾਂ ਦੇ ਵਿੱਚ ਇਹਨਾਂ ਦਾ ਕੰਮ ਹੁੰਦਾ ਹੈ, ਆਪਾਂ ਇਹਨਾਂ ਦੀ ਵਰਤੋਂ ਕਰਦੇ ਹਾਂ। ਫਿਰ ਭਾਰਤੀ ਪਾਲਤੂ ਪਸ਼ੂਆਂ ਦੀ ਕਿ ਜਿਹੜੇ ਆਪਾਂ ਭਾਰਤੀਆਂ ਜਿਹੜੇ ਪਸ਼ੂ ਨੂੰ ਆਪਾਂ ਪਾਲਦੇ ਹਾਂ, ਤਾਂ ਜਿਹੜੇ ਪਸ਼ੂਆਂ ਨੂੰ ਆਪਾਂ ਘਰਾਂ ਦੇ ਵਿੱਚ ਪਾਲਦੇ ਹਾਂ ਉਹ ਕਿਹੜੇ ਹੋ ਜਾਂਦੇ ਨੇ ਪਾਲਤੂ ਪਸ਼ੂ। ਭਾਰਤ ਦੇ ਨੇ ਤਾਂ ਭਾਰਤੀ ਪਾਲਤੂ ਪਸ਼ੂ, ਇਹਨਾਂ ਦੀਆਂ ਦੋ ਕਿਸਮਾਂ ਨੇ। ਤਾਂ ਉਹ ਕਿਹੜੇ ਨੇ ਬਾਸ ਬੁਬੇਲਿਸ ਅਤੇ ਬਾਸ ਇੰਡੀਕਸ। ਤਾਂ ਮੱਝ ਦੁੱਧ ਦੇਣ ਵਾਲੀਆਂ ਮਾਦਾ ਪਸ਼ੂਆਂ ਜਿਹੜੀਆਂ ਮੱਝਾਂ ਦੁੱਧ ਦਿੰਦੀਆਂ ਨੇ ਉਹਨਾਂ ਨੂੰ ਆਪਾਂ ਕੀ ਨਾਮ ਦਿੰਦੇ ਹਾਂ ਦੁਧਾਰੂ ਪਸ਼ੂ। ਦੁੱਧ ਉਤਪਾਦਨ ਕੁਝ ਹੱਦ ਤੱਕ ਕਿ ਦੁੱਧ ਦੇਣ ਦੇ ਸਮੇਂ 'ਤੇ ਨਿਰਭਰ ਕਰਦਾ ਕਿ ਕਿੰਨਾ ਟਾਈਮ ਉਹ ਪਸ਼ੂ ਆਪਾਂ ਨੂੰ ਦੁੱਧ ਦੇ ਰਿਹਾ, ਜਿਹਦਾ ਭਾਵ ਹੈ ਕਿ ਜਦੋਂ ਬੱਚੇ ਦਾ ਜਨਮ ਹੋ ਗਿਆ ਤਾਂ ਉਸ ਤੋਂ ਬਾਅਦ ਕਿੰਨਾ ਟਾਈਮ ਦੁੱਧ ਆਪਾਂ ਨੂੰ ਮਿਲ ਰਿਹਾ। ਤਾਂ ਦੁੱਧ ਉਤਪਾਦਨ ਉਹ ਕਿਵੇਂ ਹੋਊਗਾ ਕਿ ਦੁੱਧ ਦੇਣ ਦਾ ਸਮਾਂ ਕਾਲ ਵਧਾ ਕੇ ਕਿ ਜਿਹੜਾ ਦੁੱਧ ਦਾ ਟਾਈਮ ਆ ਉਹ ਆਪਾਂ ਨੂੰ ਕਿੰਨਾ ਟਾਈਮ ਉਸ ਪਸ਼ੂ ਤੋਂ ਦੁੱਧ ਮਿਲ ਰਿਹਾ। ਜੇ ਜ਼ਿਆਦਾ ਟਾਈਮ ਤੱਕ ਆਪਾਂ ਨੂੰ ਦੁੱਧ ਮਿਲਦਾ ਰਹੂਗਾ ਤਾਂ ਇਸ ਨਾਲ ਦੁੱਧ ਦਾ ਉਤਪਾਦਨ ਵੀ ਵਧੂਗਾ। ਜਿਹੜੀਆਂ ਜ਼ਿਆਦਾ ਟਾਈਮ ਤੱਕ ਦੁੱਧ ਦਿੰਦੀਆਂ ਨੇ ਉਹ ਵਿਦੇਸ਼ੀ ਨਸਲਾਂ ਨੇ ਸਾਰੀਆਂ, ਜਿਵੇਂ ਜਰਸੀ, ਬਰਾਊਨ ਸਵਿਸ। ਪਰ ਜਿਹੜੀਆਂ ਦੇਸੀ ਨਸਲਾਂ ਨੇ ਜਿਵੇਂ ਲਾਲ ਸਿੰਧੀ, ਸਾਹੀਵਾਲ, ਇਹ ਕੀ ਕਰਦੇ ਨੇ ਕਿ ਰੋਗਾਂ ਦੇ ਨਾਲ ਜ਼ਿਆਦਾ ਲੜ ਸਕਦੇ ਨੇ, ਇਹਨਾਂ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ। ਪਰ ਜੇ ਆਪਾਂ ਇਹਨਾਂ ਦੋਨਾਂ ਨਸਲਾਂ ਦਾ ਸੰਕਲਨ ਕਰਵਾ ਦਈਏ ਤਾਂ ਆਪਾਂ ਨੂੰ ਇੱਕ ਇੱਦਾਂ ਦੀ ਸੰਤਾਨ ਮਿਲੂਗੀ ਜਿਹਦੇ 'ਚ ਦੋਵੇਂ ਇੱਛੁਕ ਗੌਣ ਹੋਣਗੇ ਕਿ ਜ਼ਿਆਦਾ ਟਾਈਮ ਤੱਕ ਦੁੱਧ ਵੀ ਦੇਣਗੇ ਅਤੇ ਰੋਗਾਂ ਦੇ ਨਾਲ ਵੀ ਲੜ ਸਕਦੇ ਨੇ, ਜ਼ਿਆਦਾ ਜਲਦੀ ਬਿਮਾਰੀ ਉਹਨਾਂ ਨੂੰ ਨਹੀਂ ਲੱਗੂਗੀ। ਹੁਣ ਪਸ਼ੂਆਂ ਦੀ ਜਿਹੜੀ ਸਿਹਤ ਆ ਅਤੇ ਸਾਫ਼ ਸੁਥਰਾ ਉਹਨਾਂ ਨੂੰ ਆਪਾਂ ਦੁੱਧ ਉਤਪਾਦਨ ਚਾਹੁੰਦੇ ਹਾਂ ਤਾਂ ਉਹਨਾਂ ਦੇ ਲਈ ਜਿਹੜੀ ਗਾਵਾਂ ਅਤੇ ਮੱਝਾਂ ਨੇ ਉਹਨਾਂ ਦੇ ਲਈ ਵਧੀਆ ਸ਼ੈੱਡ ਬਣਾਉਣਾ ਚਾਹੀਦਾ ਹੈ, ਉਹਨਾਂ ਦੀ ਸਫਾਈ ਹੋਣੀ ਚਾਹੀਦੀ ਆ। ਫਿਰ ਜਾਨਵਰਾਂ ਦੇ ਸਰੀਰ 'ਤੇ ਹਰ ਰੋਜ਼ ਖਰਖਰਾ ਮਤਲਬ ਬਰੱਸ਼ ਮਾਰ ਕੇ ਜਿਹੜੀ ਮਿੱਟੀ ਅਤੇ ਟੁੱਟੇ ਹੋਏ ਵਾਲ ਨੇ ਉਹ ਉਤਾਰ ਦੇਣੇ ਚਾਹੀਦੇ ਆ। ਖੁੱਲ੍ਹੇ ਹਵਾਦਾਰ ਅਤੇ ਛੱਤ ਵਾਲੇ ਸ਼ੈੱਡ ਦੇ ਵਿੱਚ ਬੰਨ੍ਹਣਾ ਚਾਹੀਦਾ। ਫਿਰ ਵਰਖਾ, ਗਰਮੀ ਅਤੇ ਸਰਦੀ ਤੋਂ ਉਹਨਾਂ ਨੂੰ ਬਚਾਉਣਾ ਚਾਹੀਦਾ ਹੈ। ਹਾਂ, ਜਿਹੜੇ ਸ਼ੈੱਡ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਰਹੇ ਹਾਂ ਉੱਥੋਂ ਦੀ ਫਰਸ਼ ਕਿ ਥੋੜ੍ਹੀ ਢਾਲ ਵਾਲੀ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਪਾਣੀ ਉਹਦੇ ਉੱਪਰ ਕੋਈ ਖੜ੍ਹੇ ਨਾ ਸਾਰਾ ਪਾਣੀ ਵਹਿ ਕੇ ਅੱਗੇ ਆ ਜਾਵੇ ਅਤੇ ਫਰਸ਼ ਉਹ ਸੁੱਕਿਆ ਹੋਣਾ ਚਾਹੀਦਾ। ਜਿਹੜੇ ਡੇਅਰੀ ਵਾਲੇ ਜਾਨਵਰ ਨੇ ਉਹਨਾਂ ਦੀਆਂ ਭੋਜਨ ਦੀਆਂ ਲੋੜਾਂ ਦੋ ਤਰ੍ਹਾਂ ਦੀਆਂ ਹੁੰਦੀਆਂ। ਇੱਕ ਤਾਂ ਉਹਨਾਂ ਦਾ ਆਹਾਰ ਜਿਹੜਾ ਉਹਨਾਂ ਨੂੰ ਭੋਜਨ ਚਾਹੀਦਾ ਕਿ ਉਸ ਭੋਜਨ ਦੇ ਨਾਲ ਉਹਨਾਂ ਦੀ ਸਿਹਤ ਵਧੀਆ ਬਣੀ ਰਹੇ। ਦੂਜਾ ਕੀ ਹੈ ਕਿ ਉਹਨਾਂ ਦੀ ਦੁੱਧ ਦੀ ਮਾਤਰਾ ਵੱਧ ਜੇ। ਇਸੇ ਲਈ ਜਿਹੜਾ ਭੋਜਨ ਦੀ ਲੋੜ ਆ ਉਹਨਾਂ ਦੀ ਦੁੱਧ ਦੇਣ ਦੇ ਸਮਾਂ ਕਾਲ ਦੌਰਾਨ ਹੁੰਦੀ ਹੈ ਕਿ ਜਦੋਂ ਉਹਨਾਂ ਨੇ ਆਪਾਂ ਨੂੰ ਦੁੱਧ ਦੇ ਰਹੇ ਨੇ। ਤਾਂ ਪਸ਼ੂਆਂ ਦੇ ਭੋਜਨ ਦੇ ਵਿੱਚ ਕੀ ਹੁੰਦਾ ਮੋਟਾ ਚਾਰਾ, ਜਿਹੜੇ ਮੁੱਖ ਤੌਰ 'ਤੇ ਰੇਸ਼ੇ ਹੁੰਦੇ। ਫਿਰ ਨੈਕਸਟ ਆਪਣੇ ਕੋਲ ਹੈਗਾ ਖਲ, ਉਹਦੇ ਵਿੱਚ ਰੇਸ਼ੇ ਘੱਟ ਹੁੰਦੇ ਆ ਪਰ ਪ੍ਰੋਟੀਨ ਅਤੇ ਹੋਰ ਪੋਸ਼ਕ ਤੱਤ ਜ਼ਿਆਦਾ ਹੁੰਦੇ ਆ। ਪਸ਼ੂਆਂ ਨੂੰ ਵੀ ਸੰਤੁਲਿਤ ਭੋਜਨ ਦੀ ਲੋੜ ਹੁੰਦੀ ਆ ਜਿਹਦੇ ਵਿੱਚ ਸਹੀ ਮਾਤਰਾ ਦੇ ਵਿੱਚ ਸਾਰੇ ਪੋਸ਼ਕ ਤੱਤ ਹੋਣੇ ਚਾਹੀਦੇ ਆ। ਇਹਨਾਂ ਤੋਂ ਬਿਨਾਂ ਕੁਝ ਸੂਖਮ ਛੋਟੇ ਪੋਸ਼ਕ ਤੱਤ ਵੀ ਭੋਜਨ ਦੇ ਵਿੱਚ ਮਿਲਾਏ ਜਾਂਦੇ ਆ ਤਾਂ ਕਿ ਦੁਧਾਰੂ ਪਸ਼ੂ ਆ ਜਿਹੜੇ ਉਹ ਸਿਹਤਮੰਦ ਰਹਿ ਸਕਣ ਅਤੇ ਦੁੱਧ ਵੀ ਜ਼ਿਆਦਾ ਮਿਲਦਾ ਰਹੇ। ਪਰ ਇਹਨਾਂ ਨੂੰ ਬਿਮਾਰੀਆਂ ਵੀ ਕਈ ਲੱਗ ਜਾਂਦੀਆਂ ਨੇ ਤਾਂ ਉਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਘੱਟ ਜਾਂਦੀ ਕਿ ਉਹਨਾਂ ਨੂੰ ਫਿਰ ਦੁੱਧ ਘੱਟ ਦਿੰਦੇ ਆ ਜਾਂ ਉਹਨਾਂ ਦੀ ਮੌਤ ਹੋ ਸਕਦੀ ਆ। ਹੁਣ ਇੱਕ ਸਿਹਤਮੰਦ ਪਸ਼ੂ ਆ ਠੀਕ ਢੰਗ ਨਾਲ ਜੇ ਭੋਜਨ ਖਾਂਦਾ, ਠੀਕ ਢੰਗ ਨਾਲ ਬੈਠਦਾ ਜਾਂ ਉੱਠਦਾ। ਪਰ ਜੇ ਹੁਣ ਪਸ਼ੂਆਂ ਦੇ ਵਿੱਚ ਆਪਣੇ ਕੋਲ ਪਰਜੀਵੀ ਵੀ ਆ ਜਾਂਦੇ, ਉਹ ਬਾਹਰੀ ਜਾਂ ਅੰਦਰੂਨੀ ਦੋ ਤਰ੍ਹਾਂ ਦੇ ਹੋ ਸਕਦੇ ਨੇ। ਬਾਹਰੀ ਪਰਜੀਵੀ ਕੀ ਕਰਨ ਕਿ ਉਹਨਾਂ ਦੀ ਚਮੜੀ ਦੇ ਉੱਪਰ ਰਹਿੰਦੇ ਆ ਅਤੇ ਚਮੜੀ ਦੀਆਂ ਬਿਮਾਰੀਆਂ ਪੈਦਾ ਕਰਦੇ। ਪਰ ਅੰਦਰੂਨੀ ਪਰਜੀਵੀ ਆ ਜਿਹੜੇ ਮਿਹਦੇ ਜਾਂ ਅੰਤੜੀਆਂ ਨੂੰ ਖਰਾਬ ਕਰ ਦਿੰਦੇ ਆ, ਜਿਵੇਂ ਚਪਟੇ ਕਿਰਮ, ਨਿਕਿਰਮ।
ਪਰ ਜਿਹੜੇ ਚਾਪਟੇ ਕਰਮ ਆ ਉਹ ਜਿਗਰ 'ਤੇ ਮਾੜਾ ਪ੍ਰਭਾਵ ਪਾਉਂਦੇ ਆ। ਪਸ਼ੂਆਂ ਨੂੰ ਛੂਤ ਦੇ ਰੋਗ ਬੈਕਟੀਰੀਆ ਜਾਂ ਵਾਇਰਸ ਦੇ ਕਾਰਨ ਵੀ ਹੋ ਜਾਂਦੇ ਆ। ਬਹੁਤ ਸਾਰੀਆਂ ਜੀਵਾਣੂਆਂ ਦੀਆਂ ਜਾਂ ਵਾਇਰਲ ਬਿਮਾਰੀਆਂ ਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਕਿ ਪਸ਼ੂਆਂ ਦਾ ਟੀਕਾਕਰਨ, ਉਹਨਾਂ ਨੂੰ ਟੀਕਾ ਲਗਵਾਉਣਾ ਚਾਹੀਦਾ ਕਿ ਉਹਨਾਂ ਨੂੰ ਇਹ ਬਿਮਾਰੀ ਨਾ ਹੋ ਸਕੇ। ਨੈਕਸਟ ਹੈ ਮੁਰਗੀ ਪਾਲਣ। ਮੁਰਗੀ ਪਾਲਣ ਦਾ ਧੰਦਾ ਆਂਡੇ ਅਤੇ ਮੀਟ ਦੋਨਾਂ ਦੇ ਲਈ ਕੀਤਾ ਜਾਂਦਾ। ਹੁਣ ਇਹਦੇ ਲਈ ਕੀ ਆ, ਸੁਧਰੀ ਹੋਈ ਨਸਲ ਦੀਆਂ ਮੁਰਗੀਆਂ ਪੈਦਾ ਕੀਤੀਆਂ ਜਾਂਦੀਆਂ। ਆਂਡੇ ਦੇਣ ਦੇ ਲਈ ਲੇਅਰਸ ਅਤੇ ਮਾਂਸ ਦੇ ਲਈ ਬਰਾਇਲਰ ਨੂੰ ਪਾਲਿਆ ਜਾਂਦਾ। ਸੰਕਰਨ ਵਿਧੀਆਂ ਦੇ ਨਾਲ ਆਪਾਂ ਕੀ ਕਰਦੇ ਕਿ ਭਾਰਤੀ ਨਸਲਾਂ ਜਿਹੜੀਆਂ ਅਸੀਲ ਅਤੇ ਵਿਦੇਸ਼ੀ ਨਸਲਾਂ ਲੈਗਹਾਰਨ, ਇਹਨਾਂ ਦਾ ਸੰਕਰਨ ਕਰਵਾਉਂਦੇ ਆ ਅਤੇ ਸੰਕਰਨ ਕਰਵਾ ਕੇ ਆਪਾਂ ਸੁਧਰੀ ਹੋਈ ਨਸਲ ਤਿਆਰ ਕਰ ਲੈਂਦੇ ਹਾਂ। ਤਾਂ ਇਹਨਾਂ ਦੇ ਨਾਲ ਕੀ ਹੋਊਗਾ, ਚੂਚਿਆਂ ਦੀ ਗੁਣਵੱਤਾ ਦੀ ਸੰਖਿਆ ਹੋਊਗੀ। ਬੌਣੇ ਕਿਸਮ ਦੇ ਬਰਾਇਲਰ ਨੇ ਜਿਹੜੇ ਮਾਤਾ ਪਿਤਾ ਦੁਆਰਾ, ਹੁਣ ਜਿਹੜੇ ਬਰਾਇਲਰ ਹੈਗੇ ਨੇ ਛੋਟੇ ਨੇ, ਬੌਣੇ ਨੇ, ਹੁਣ ਜੇ ਇੱਦਾਂ ਦੇ ਮਾਤਾ ਪਿਤਾ ਦੁਆਰਾ ਚੂਚਿਆਂ ਦਾ ਵਿਆਪਕ ਵਪਾਰ ਲਈ ਕਿ ਆਪਾਂ ਵਪਾਰ ਦੇ ਵਿੱਚ ਇਹਨਾਂ ਨੂੰ ਵਰਤ ਸਕਦੇ ਹਾਂ। ਗਰਮੀ ਅਨੁਕੂਲਣ ਸਮਰੱਥਾ, ਤਾਪ ਨੂੰ ਸਹਿਣ ਦੀ ਸਮਰੱਥਾ, ਤਾਂ ਆਪਾਂ ਸੁਧਰੀ ਹੋਈ ਨਸਲ ਜਿਹੜੀ ਤਿਆਰ ਕਰਨੀ ਆ ਉਹਦੇ ਵਿੱਚ ਆਪਾਂ ਇਹਨਾਂ ਗੁਣਾਂ ਨੂੰ ਦੇਖਦੇ ਹਾਂ ਕਿ ਇਹ ਗੁਣ ਹੋਣੇ ਚਾਹੀਦੇ ਆ। ਹੁਣ ਜਿਹੜੇ ਦੇਖਭਾਲ ਕਰਨੀ ਤਾਂ ਆਪਾਂ ਨੂੰ ਜ਼ਿਆਦਾ ਪੈਸਾ ਨਾ ਲਗਾਉਣਾ ਪਵੇ, ਘੱਟ ਖਰਚਾ ਕਰਨਾ ਪਵੇ। ਫਿਰ ਆਂਡੇ ਦੇਣ ਵਾਲੀ ਜਿਹੜੀ ਮੁਰਗੀ ਦਾ ਆਕਾਰ ਛੋਟਾ ਹੋਣਾ ਚਾਹੀਦਾ ਹੈ ਅਤੇ ਉਹਦੇ ਵਿੱਚ ਸਸਤਾ ਅਤੇ ਖੇਤੀਬਾੜੀ ਰਹਿੰਦ ਖੂੰਹਦ ਤੋਂ ਬਣਾਇਆ ਭੋਜਨ, ਕਿ ਆਪਾਂ ਨੂੰ ਜ਼ਿਆਦਾ ਪੈਸਾ ਨਹੀਂ ਲਗਾਉਣਾ ਪੈ ਰਿਹਾ ਉਹਦੇ ਭੋਜਨ ਦੇ ਉੱਪਰ। ਜਿਹੜਾ ਖੇਤੀ ਤੋਂ ਬਚਿਆ ਹੋਇਆ ਪਦਾਰਥ ਆ ਰਹਿੰਦ ਖੂੰਹਦ ਆ ਉਹ ਉਹੀ ਖਾ ਸਕਦੇ ਆ। ਆਂਡੇ ਅਤੇ ਬਰਾਇਲਰਾਂ ਦੀ ਪੈਦਾਵਾਰ। ਬਰਾਇਲਰ ਚੂਚਿਆਂ ਨੂੰ ਆਪਾਂ ਚੰਗੇ ਵਾਧੇ ਦੀ ਦਰ ਅਤੇ ਚੰਗੀ ਭੋਜਨ ਸਮਰੱਥਾ ਦੇ ਲਈ ਉਹਨਾਂ ਨੂੰ, ਜੇ ਹੁਣ ਆਪਾਂ ਵਾਧਾ ਜ਼ਿਆਦਾ ਕਰਨਾ ਚਾਹੁੰਦੇ ਹਾਂ ਬਰਾਇਲਰ ਚੂਚਿਆਂ ਦਾ ਅਤੇ ਭੋਜਨ ਵਧੀਆ ਦੇਣਾ ਚਾਹੁੰਦੇ ਹਾਂ ਤਾਂ ਉਹਦੇ ਵਿੱਚ ਕੀ ਵਿਟਾਮਿਨ ਜ਼ਿਆਦਾ ਹੋਣੇ ਚਾਹੀਦੇ ਆ। ਤਾਂ ਮੌਤ ਦਰ ਜੇ ਘੱਟ ਰੱਖਣੀ ਆ ਤਾਂ ਉਹਨਾਂ ਦੇ ਖੰਭ ਅਤੇ ਮਾਂਸ ਦੀ ਗੁਣਵੱਤਾ ਵੀ ਬਣਾਈ ਰੱਖਣੀ ਆ, ਤਾਂ ਆਪਾਂ ਨੂੰ ਸਾਵਧਾਨੀਆਂ ਵਰਤਣੀਆਂ ਪੈਂਦੀਆਂ ਨੇ। ਉਹਨਾਂ ਨੂੰ ਬਚਾਉਣ ਦੇ ਲਈ ਕੀ ਆ, ਬਰਾਇਲਰ ਦੇ ਰੂਪ 'ਚ ਪੈਦਾ ਕੀਤਾ ਜਾਂਦਾ। ਫਿਰ ਮਾਂਸ ਦੇ ਲਈ ਆਪਾਂ ਉਹਨਾਂ ਨੂੰ ਮੰਡੀ 'ਚ ਭੇਜ ਦਿੰਦੇ ਹਾਂ। ਮੁਰਗੀ ਪਾਲਣ ਦੇ ਵਿੱਚ ਕੀ ਆ, ਵਧੀਆ ਉਤਪਾਦਨ ਕਰਨ ਦੇ ਲਈ ਵਧੀਆ ਪ੍ਰਬੰਧ ਪ੍ਰਣਾਲੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਆਵਾਸ ਅਤੇ ਉਚਿਤ ਤਾਪਮਾਨ ਸਹੀ ਰਹਿ ਸਕੇ। ਇਹ ਨਹੀਂ ਕਿ ਜ਼ਿਆਦਾ ਉੱਥੇ ਠੰਡ ਤੋਂ ਜ਼ਿਆਦਾ ਗਰਮੀ ਹੋਵੇ। ਸਵੱਛਤਾ ਸਾਫ਼ ਹੋਣੀ ਚਾਹੀਦੀ ਹੈ। ਖਾਣ ਦੇ ਲਈ ਉਹਨਾਂ ਨੂੰ ਚੰਗਾ ਭੋਜਨ ਹੋਣਾ ਚਾਹੀਦਾ। ਬਿਮਾਰੀਆਂ ਅਤੇ ਪੀੜਤਾਂ ਤੋਂ ਉਹਨਾਂ ਨੂੰ ਬਚਾਉਣਾ ਚਾਹੀਦਾ ਹੈ। ਆਂਡੇ ਦੇਣ ਵਾਲੀਆਂ ਮੁਰਗੀਆਂ ਜਿਹੜੀਆਂ ਲੇਅਰਸ ਆ ਉਹਨਾਂ ਦੇ ਮੁਕਾਬਲੇ ਜਿਹੜੇ ਮਾਂਸ ਵਾਲੇ ਮੁਰਗੇ ਆ ਬਰਾਇਲਰਸ, ਉਹਨਾਂ ਦੇ ਲਈ ਇਹ ਸਾਰੀਆਂ ਹਾਲਤਾਂ ਜਿਹੜੀ ਮਤਲਬ ਉਹਨਾਂ ਦੇ ਰਹਿਣ ਦੀ ਜਗ੍ਹਾ, ਇਹ ਭੋਜਨ, ਵਾਤਾਵਰਨੀ ਲੋੜੀਆਂ ਇਹ ਅਲੱਗ ਨੇ। ਤਾਂ ਬਰਾਇਲਰ ਦੇ ਆਹਾਰ ਦੇ ਵਿੱਚ ਪ੍ਰੋਟੀਨ ਅਤੇ ਚਰਬੀ ਜ਼ਿਆਦਾ ਹੁੰਦੇ ਆ, ਵਿਟਾਮਿਨ ਏ ਅਤੇ ਕੇ ਵੀ ਜ਼ਿਆਦਾ ਹੁੰਦੇ ਆ। ਹੁਣ ਮੁਰਗੀਆਂ ਦੇ ਵਿੱਚ ਵੀ ਵਿਸ਼ਾਣੂ, ਜੀਵਾਣੂ, ਉੱਲੀ ਅਤੇ ਪਰਜੀਵੀਆਂ ਦੇ ਨਾਲ ਰੋਗ ਬਹੁਤ ਜ਼ਿਆਦਾ ਹੁੰਦੇ ਆ। ਅਤੇ ਕੁਝ ਆਹਾਰ ਨੇ ਜਿਹੜੇ, ਤਾਂ ਇਹਨਾਂ ਦੇ ਨਾਲ ਕੀ ਆ, ਕੁਝ ਤਰੁੱਟੀ ਰੋਗ ਵੀ ਹੋ ਜਾਂਦੇ ਆ। ਇਸੇ ਲਈ ਸਫਾਈ ਅਤੇ ਸਵੱਛਤਾ ਦਾ ਧਿਆਨ ਰੱਖਣਾ ਪੈਂਦਾ। ਹੁਣ ਜਿਹੜੇ ਇੱਥੇ ਰੋਗਾਣੂ ਹੋ ਰਹੇ ਆ ਉਹਨਾਂ ਦੇ ਲਈ ਆਪਾਂ ਰੋਗਾਣੂ ਨਾਸ਼ੀ ਪਦਾਰਥਾਂ ਦਾ ਛਿੜਕਾਅ ਕਰਦੇ ਹਾਂ ਅਤੇ ਉਹਨਾਂ ਨੂੰ ਛੂਤ ਦੇ ਰੋਗਾਂ ਤੋਂ ਬਚਾਉਣ ਦੇ ਲਈ ਮੁਰਗੀਆਂ ਨੂੰ ਟੀਕਾਕਰਨ ਕਰਵਾਉਂਦੇ ਆ। ਜੇ ਕੋਈ ਮਹਾਂਮਾਰੀ ਫੈਲ ਰਹੀ ਹੈ ਤਾਂ ਉਹਨਾਂ ਦੇ ਮਰਨ ਕਰਕੇ ਜਿਹੜਾ ਨੁਕਸਾਨ ਹੋਇਆ ਉਹ ਤੋਂ ਬਚਿਆ ਜਾ ਸਕੇ। ਨੈਕਸਟ ਹੈ ਮੱਛੀ ਪਾਲਣ। ਹੁਣ ਆਪਣੇ ਭੋਜਨ ਦੇ ਵਿੱਚ ਜਿਹੜੀ ਮੱਛੀ ਆ ਉਹ ਜੰਤੂ ਪ੍ਰੋਟੀਨ ਦਾ ਇੱਕ ਸਸਤਾ ਸਰੋਤ ਹੈ ਕਿ ਜ਼ਿਆਦਾ ਪੈਸਾ ਨਹੀਂ ਲਗਾਉਣਾ ਪੈਂਦਾ ਮੱਛੀ 'ਤੇ, ਆਸਾਨੀ ਦੇ ਨਾਲ ਆਪਾਂ ਨੂੰ ਪ੍ਰੋਟੀਨ ਮੱਛੀ ਦੇ ਵਿੱਚੋਂ ਮਿਲ ਜਾਂਦੀ ਆ। ਤਾਂ ਮੱਛੀ ਉਤਪਾਦਨ ਦੇ ਵਿੱਚ ਪੰਖਯੁਕਤ ਅਸਲੀ ਮੱਛੀਆਂ, ਫਿਰ ਕਵਚ ਵਾਲੀਆਂ ਮੱਛੀਆਂ ਜਿਵੇਂ ਝੀਂਗੇ ਅਤੇ ਮੋਲਸਕਾਂ ਦਾ ਉਤਪਾਦਨ ਆਉਂਦਾ। ਮੱਛੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਆਪਾਂ, ਇੱਕ ਕੁਦਰਤੀ ਸਰੋਤ ਤੋਂ ਜਿਹਨੂੰ ਮੱਛੀ ਫੜਨਾ ਕਹਿੰਦੇ ਆ। ਦੂਜਾ ਸਰੋਤ ਕਿਹੜਾ, ਮੱਛੀ ਪਾਲਣ, ਜਿਹਨੂੰ ਪਿਸ਼ੀਕਲਚਰ ਕਹਿੰਦੇ ਆ। ਮੱਛੀਆਂ ਦੇ ਜਾਂ ਸਰੋਤ ਕਿਹੜੇ ਕਿਹੜੇ ਨੇ, ਜਾਂ ਤਾਂ ਸਮੁੰਦਰ ਤੋਂ ਮਿਲ ਜਾਣਗੇ ਜਾਂ ਆਪਾਂ ਨੂੰ ਤਾਜ਼ੇ ਪਾਣੀ ਦੇ ਸਰੋਤ, ਕਿ ਜਿੱਥੇ ਤਾਜ਼ਾ ਪਾਣੀ ਹੈ ਜਿਵੇਂ ਨਹਿਰਾਂ ਅਤੇ ਤਲਾਬ, ਉੱਥੋਂ ਮਿਲ ਸਕਦੇ ਆ। ਇਸ ਲਈ ਮੱਛੀ ਪ੍ਰਾਪਤ ਕਰਨਾ ਦੋਵੇਂ ਤਰੀਕਿਆਂ ਦੇ ਨਾਲ ਸੰਭਵ ਆ। ਮੱਛੀ ਫੜਨਾ ਅਤੇ ਸਮੁੰਦਰੀ ਜਾਂ ਤਾਜ਼ੇ ਪਾਣੀ ਦੀਆਂ ਪ੍ਰਸਥਿਤਿਕ ਪ੍ਰਣਾਲੀਆਂ ਦੇ ਵਿੱਚ ਮੱਛੀ ਪਾਲਣ, ਜਿਵੇਂ ਮਰਜ਼ੀ ਆਪਾਂ ਦੋਨੋਂ ਢੰਗਾਂ ਦੇ ਨਾਲ ਮੱਛੀ ਪ੍ਰਾਪਤ ਕਰ ਸਕਦੇ। ਪਹਿਲਾਂ ਆਪਣੇ ਕੋਲ ਹੈ ਸਮੁੰਦਰੀ ਮੱਛੀ ਸਰੋਤ। ਹੁਣ ਭਾਰਤ ਦਾ ਜਿਹੜਾ ਸਮੁੰਦਰੀ ਸਰੋਤ ਹੈ, ਜੇ ਆਪਾਂ ਉਹਨਾਂ ਦੇ ਵਿੱਚ ਦੇਖੀਏ ਕਿ ਸਮੁੰਦਰੀ ਮੱਛੀਆਂ ਨੂੰ ਫੜਨ ਦੇ ਲਈ ਕਈ ਤਰ੍ਹਾਂ ਦੇ ਜਾਲ ਵਰਤੇ ਜਾਂਦੇ, ਤਾਂ ਉਹ ਜਾਲ ਆਪਾਂ ਕਿਸ਼ਤੀਆਂ ਤੋਂ ਸੁੱਟ ਦਿੰਦੇ ਹਾਂ। ਫਿਰ ਆਪਾਂ ਉਪਗ੍ਰਹਿ ਅਤੇ ਪ੍ਰਤੀ ਧੁਨੀ ਯੰਤਰ, ਕਿ ਇਹਨਾਂ ਦੇ ਵਿੱਚ ਆਪਾਂ ਕਿਰਨਾਂ ਨੂੰ ਛੱਡਦੇ ਹਾਂ, ਉਹਨਾਂ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਜ਼ਿਆਦਾਤਰ ਮੱਛੀਆਂ ਕਿੱਥੇ ਨੇ, ਕਿੱਥੇ ਸਮੂਹ ਬਣਾ ਕੇ ਉਹ ਸਮੁੰਦਰ ਦੇ ਵਿੱਚ ਰਹਿ ਰਹੀਆਂ, ਆਪਾਂ ਉੱਥੋਂ ਉਹਨਾਂ ਮੱਛੀਆਂ ਨੂੰ ਫੜ ਸਕਦੇ ਹਾਂ। ਤਾਂ ਇਹਨਾਂ ਸੂਚਨਾਵਾਂ ਦੇ ਆਧਾਰ 'ਤੇ ਹੀ ਆਪਣੇ ਕੋਲ ਮੱਛੀ ਦਾ ਉਤਪਾਦਨ ਵੱਧ ਜਾਊਗਾ। ਕੁਝ ਆਰਥਿਕ ਮਹੱਤਵ ਵਾਲੀਆਂ ਸਮੁੰਦਰੀ ਮੱਛੀਆਂ ਵੀ ਸਮੁੰਦਰ ਦੇ ਵਿੱਚ ਪਾਲੀਆਂ ਜਾਂਦੀਆਂ ਨੇ। ਇਹਨਾਂ ਦੇ ਵਿੱਚ ਕਿਹੜੀਆਂ ਆ ਜਾਂਦੀਆਂ ਨੇ, ਮਲੇਟ, ਭੇਟਕੀ ਅਤੇ ਪਰਲ ਸਪਾਟ। ਫਿਰ ਕਵਚ ਵਾਲੀਆਂ ਮੱਛੀਆਂ ਜਿਵੇਂ ਝੀਂਗੇ, ਮੁਸਲ ਅਤੇ ਆਇਸਟਰ। ਫਿਰ ਕੁਝ ਸਮੁੰਦਰੀ ਨਦੀਨ ਆ, ਆਇਸਟਰ ਦਾ ਪਾਲਣ ਪੋਸ਼ਣ ਆਪਾਂ ਮੋਤੀ ਪ੍ਰਾਪਤ ਕਰਨ ਲਈ ਵੀ ਕਰਦੇ ਹਾਂ। ਹੁਣ ਜੇ ਭਵਿੱਖ ਦੇ ਵਿੱਚ ਸਮੁੰਦਰੀ ਮੱਛੀਆਂ ਦਾ ਭੰਡਾਰ ਘੱਟ ਜੂਗਾ ਤਾਂ ਇਹਨਾਂ ਮੱਛੀਆਂ ਦੀ ਪੂਰਤੀ ਆਪਾਂ ਕਿਵੇਂ ਕਰਾਂਗੇ, ਤਾਂ ਸਮੁੰਦਰ ਦੇ ਵਿੱਚ ਆਪਾਂ ਮੱਛੀ ਪਾਲਣ ਸ਼ੁਰੂ ਕਰ ਸਕਦੇ ਹਾਂ। ਉਸ ਦੇ ਦੁਆਰਾ ਹੀ ਇਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ। ਹੁਣ ਜੇ ਆਪਾਂ ਸਮੁੰਦਰ ਦੇ ਵਿੱਚ ਮੱਛੀ ਪਾਲਣ ਕਰਾਂਗੇ ਤਾਂ ਉਸ ਕਿਰਿਆ ਨੂੰ ਕੀ ਨਾਮ ਦਿੰਦੇ ਆ, ਉਸ ਕਲਚਰ ਨੂੰ ਮੈਰੀਨ ਕਲਚਰ। ਨੈਕਸਟ ਹੈ ਤਾਜ਼ੇ ਪਾਣੀ ਦੇ ਮੱਛੀ ਸਰੋਤ। ਜਿਹੜੇ ਤਾਜ਼ੇ ਪਾਣੀ ਦੇ ਸਰੋਤ ਆ ਜਿਵੇਂ ਨਾਲੇ, ਤਲਾਬ, ਨਹਿਰਾਂ, ਹੋਰ ਜਲ ਸਰੋਤ ਆ,
ਖਾਰੇ ਜਲ ਸਰੋਤ ਜਿਹੜੇ ਕਿ ਜਿੱਥੋਂ ਖਾਰਾ ਪਾਣੀ ਮਿਲਦਾ, ਉਹ ਕਿਹੜਾ ਸਮੁੰਦਰੀ ਪਾਣੀ ਅਤੇ ਤਾਜ਼ਾ ਪਾਣੀ ਜਿੱਥੇ ਆਪਸ 'ਚ ਮਿਲਦੇ ਆ, ਤਾਂ ਉਹ ਕਿਹੜਾ ਹੋ ਜਾਊਗਾ ਨਦੀ ਦਾ ਮੁਹਾਨਾ, ਐਸਟਰੀ ਅਤੇ ਲਗੂਨ ਵੀ ਮਹੱਤਵਪੂਰਨ ਮੱਛੀ ਸਰੋਤ, ਇਹਨਾਂ ਤੋਂ ਵੀ ਆਪਾਂ ਨੂੰ ਮੱਛੀ ਮਿਲਦੀ ਆ। ਪਰ ਮੱਛੀਆਂ ਫੜਨ ਦਾ ਜਿਹੜਾ ਕੰਮ ਆ ਉਹ ਅਜਿਹੇ ਸਰੋਤਾਂ ਤੋਂ ਵੀ ਕੀਤਾ ਜਾਂਦਾ ਜਿਨ੍ਹਾਂ 'ਤੇ ਮੱਛੀ ਉਤਪਾਦਨ ਬਹੁਤ ਘੱਟ ਹੁੰਦਾ। ਇਹਨਾਂ ਸਰੋਤਾਂ ਤੋਂ ਮੱਛੀ ਉਤਪਾਦਨ ਕੀ ਕਹਾਉਂਦਾ? ਫਿਰ ਜਲ ਕਲਚਰ। ਮੱਛੀ ਉਤਪਾਦਨ ਆਪਾਂ ਕਿਹੜੇ ਕੰਮ ਰਾਹੀਂ, ਕਿਹੜੀ ਕਿਰਿਆ ਰਾਹੀਂ ਕਰਦੇ ਹਾਂ? ਜਲ ਕਲਚਰ ਰਾਹੀਂ। ਮੱਛੀ ਕਲਚਰ ਦਾ ਕੰਮ ਕਈ ਵਾਰੀ ਧਾਨ ਦੀ ਫਸਲ ਦੇ ਨਾਲ ਵੀ ਕੀਤਾ ਜਾਂਦਾ, ਅਤੇ ਇਹਦੇ ਵਿੱਚ ਕੀ ਹੁੰਦਾ ਕਿ ਖੇਤ ਦੇ ਪਾਣੀ ਵਿੱਚ ਹੀ ਆਪਾਂ ਮੱਛੀਆਂ ਪਾਲ ਲੈਂਦੇ ਹਾਂ, ਅਤੇ ਜੇ ਜ਼ਿਆਦਾ ਵੱਡੇ ਪੱਧਰ 'ਤੇ ਮੱਛੀ ਪਾਲਣ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਮਿਸ਼ਰਤ ਮੱਛੀ ਕਲਚਰ ਪ੍ਰਣਾਲੀ ਰਾਹੀਂ ਕਰਦੇ ਹਾਂ। ਇੱਦਾਂ ਦੀ ਪ੍ਰਣਾਲੀ ਦੇ ਵਿੱਚ ਕੀ ਹੁੰਦਾ ਕਿ ਦੇਸੀ ਅਤੇ ਵਿਦੇਸ਼ੀ ਦੋਨੋਂ ਕਿਸਮ ਦੀਆਂ ਮੱਛੀਆਂ ਪਾਲੀਆਂ ਜਾਂਦੀਆਂ। ਇਸ ਦੇ ਲਈ ਆਪਾਂ ਕੀ ਕਰਦੇ ਹਾਂ ਕਿ ਇੱਕ ਤਲਾਬ ਦੇ ਵਿੱਚ 5 ਜਾਂ 6 ਕਿਸਮ ਦੀਆਂ ਮੱਛੀਆਂ ਪਾਲਦੇ ਹਾਂ, ਅਤੇ ਇਹਨਾਂ ਦੀ ਚੋਣ ਆਪਾਂ ਇੱਦਾਂ ਕਰਦੇ ਹਾਂ ਕਿ ਦੋਨਾਂ ਨੂੰ ਇੱਕੋ ਤਰ੍ਹਾਂ ਦਾ ਭੋਜਨ ਨਾ ਖਾਣਾ ਪਵੇ। ਮਤਲਬ ਕਿ ਆ ਜੇ ਇੱਕੋ ਤਰ੍ਹਾਂ ਦਾ ਆਪਾਂ ਭੋਜਨ ਪਾ ਰਹੇ ਹਾਂ ਜਾਂ ਅਲੱਗ-ਅਲੱਗ ਤਰ੍ਹਾਂ ਦਾ ਭੋਜਨ ਪਾ ਰਹੇ ਹਾਂ ਤਾਂ ਭੋਜਨ ਦੇ ਲਈ ਮੁਕਾਬਲਾ ਨਾ ਕਰਨ, ਕਿ ਇੱਕੋ ਭੋਜਨ ਸਾਰੀਆਂ ਮੱਛੀਆਂ ਨਾ ਖਾਣ। ਜੇ ਇੱਕੋ ਤਰ੍ਹਾਂ ਦਾ ਭੋਜਨ ਨਹੀਂ ਖਾਣਗੀਆਂ, ਮੁਕਾਬਲਾ ਨਹੀਂ ਕਰਨਗੀਆਂ, ਤਾਂ ਸਾਰੀਆਂ ਮੱਛੀਆਂ ਨੂੰ ਆਪਣਾ ਭੋਜਨ ਮਿਲ ਜੂਗਾ। ਇਸ ਲਈ ਉਹਨਾਂ ਦੀਆਂ ਭੋਜਨ ਪ੍ਰਤੀ ਆਦਤਾਂ ਵੱਖ-ਵੱਖ ਹੋਣੀਆਂ ਚਾਹੀਦੀਆਂ ਨੇ। ਤਾਂ ਤਲਾਬ ਦੇ ਵਿੱਚ ਜਿੰਨੀ ਤਰ੍ਹਾਂ ਦਾ ਭੋਜਨ ਹੋਊਗਾ ਉਹ ਸਾਰੀਆਂ ਮੱਛੀਆਂ ਦੁਆਰਾ ਵਰਤ ਲਿਆ ਜਾਊ। ਹੁਣ ਜਿਹੜੀਆਂ ਕਟਲਾ ਮੱਛੀਆਂ ਨੇ ਉਹ ਪਾਣੀ ਦੀ ਸਤ੍ਹਾ ਦੇ ਉੱਪਰੋਂ ਭੋਜਨ ਲੈਂਦੀਆਂ ਨੇ, ਪਰ ਰੋਹੂ ਮੱਛੀਆਂ ਵਿਚਕਾਰਲੇ ਹਿੱਸੇ ਤੋਂ ਲੈਂਦੀਆਂ ਨੇ, ਅਤੇ ਮ੍ਰਿਗਲ ਅਤੇ ਕਾਮਨ ਕਾਰਪ ਮੱਛੀ ਕੀ ਕਰਦੀ ਹੈ? ਤਲਾਬ ਦੇ ਤਲ ਤੋਂ, ਕਿ ਥੱਲੇ ਜਿਹੜਾ ਤਲਾਬ ਦਾ ਥੱਲੇ ਵਾਲਾ ਹਿੱਸਾ ਹੈ ਉੱਥੋਂ ਆਪਣਾ ਭੋਜਨ ਲੈਂਦੀ। ਹੁਣ ਗਰਾਸ ਕਾਰਪ ਕੀ ਕਰਦੀ ਹੈ? ਉਹ ਨਦੀਨਾਂ ਨੂੰ ਖਾ ਜਾਂਦੇ, ਜਿਹੜੇ ਵਾਧੂ ਉਹਦੇ ਵਿੱਚ ਪਦਾਰਥ ਨੇ ਜਿਹੜੇ ਨਹੀਂ ਚਾਹੀਦੇ ਹੈਗੇ, ਨਦੀਨ ਨੇ। ਇਸ ਤਰ੍ਹਾਂ ਇਹ ਸਾਰੀਆਂ ਮੱਛੀਆਂ ਇਕੱਠੀਆਂ ਹੀ ਤਲਾਬ ਦੇ ਵਿੱਚ ਰਹਿੰਦੀਆਂ ਨੇ, ਅਤੇ ਇੱਕ ਦੂਜੇ ਦੇ ਨਾਲ ਬਿਨਾਂ ਮੁਕਾਬਲਾ ਕੀਤੇ, ਕਿ ਕੋਈ ਮੁਕਾਬਲਾ ਨਹੀਂ ਕਰਦੀਆਂ, ਅਤੇ ਸਾਰਾ ਭੋਜਨ ਖਾ ਲੈਂਦੀਆਂ। ਮਿਸ਼ਰਤ ਮੱਛੀ ਕਲਚਰ ਪ੍ਰਣਾਲੀ ਦੀ ਇੱਕ ਸਮੱਸਿਆ ਇਹ ਆਉਂਦੀ ਹੈ ਕਿ ਕਈ ਮੱਛੀਆਂ ਸਿਰਫ ਮੌਨਸੂਨ ਦੇ ਟਾਈਮ ਹੀ ਜਨਨ ਕਿਰਿਆ ਕਰਦੀਆਂ, ਮਤਲਬ ਸਿਰਫ ਮੌਨਸੂਨ ਦੇ ਟਾਈਮ ਜਦੋਂ ਮੀਂਹ ਪੈ ਰਿਹਾ ਉਦੋਂ ਹੀ ਬੱਚੇ ਦਿੰਦੀਆਂ ਨੇ। ਪਰ ਜੇ ਮੱਛੀ ਭਰੂਣ ਹਨ ਆਪਾਂ ਦੇਸੀ ਨਸਲ ਦੇ ਲਏ ਆ ਅਤੇ ਹੋਰ ਨਸਲਾਂ ਦੇ ਭਰੂਣਾਂ ਦੇ ਨਾਲ ਮਿਲਾ ਦਈਏ ਤਾਂ ਇਸ ਕੰਮ ਠੀਕ ਰਹਿੰਦਾ। ਪਰ ਜ਼ਿਆਦਾ ਵੱਡੀ ਸਮੱਸਿਆ ਕੀ ਆਉਂਦੀ ਹੈ ਕਿ ਆਪਾਂ ਵਧੀਆ ਕਿਸਮ ਦੇ ਮੱਛੀ ਭਰੂਣ ਨਹੀਂ ਮਿਲਦੇ। ਇਹਦੇ ਲਈ ਕਈ ਤਰੀਕੇ ਲੱਭੇ ਗਏ ਆ ਕਿ ਤਲਾਬ ਦੇ ਵਿੱਚ ਹਾਰਮੋਨਾਂ ਦੀ ਸਹਾਇਤਾ ਦੇ ਨਾਲ ਆਪਾਂ ਮੱਛੀਆਂ ਨੂੰ ਪਾਲ ਸਕਦੇ ਹਾਂ। ਇਸੇ ਕਰਕੇ ਜਿਹੜੀ ਮੱਛੀ ਆਪਾਂ ਨੂੰ ਚਾਹੀਦੀ ਹੈ, ਇੱਛੁਕ ਮੱਛੀ ਦੇ ਚੰਗੀ ਭਰੂਣ ਆਪਾਂ ਨੂੰ ਸਹੀ ਮਾਤਰਾ ਦੇ ਵਿੱਚ ਆਪਾਂ ਪ੍ਰਾਪਤ ਕਰ ਸਕਦੇ ਹਾਂ। ਨੈਕਸਟ ਹੈ ਮਧੂ ਮੱਖੀ ਪਾਲਣ। ਹੁਣ ਸ਼ਹਿਦ ਦੀ ਵਰਤੋਂ ਵੀ ਵੱਡੇ ਪੱਧਰ 'ਤੇ ਹੋ ਰਹੀ ਹੈ, ਇਸ ਲਈ ਮੱਖੀ ਪਾਲਣ ਦਾ ਧੰਦਾ ਸ਼ਹਿਦ ਪ੍ਰਾਪਤੀ ਦੇ ਲਈ ਖੇਤੀ ਉਦਯੋਗ ਬਣ ਗਿਆ, ਕਿ ਹੁਣ ਆਪਾਂ ਖੇਤੀ ਉਦਯੋਗ ਦੇ ਨਾਲ ਮਧੂ ਮੱਖੀ ਵੀ ਪਾਲ ਸਕਦੇ ਹਾਂ, ਕਿਉਂਕਿ ਸ਼ਹਿਦ ਦੀ ਵਰਤੋਂ ਜ਼ਿਆਦਾ ਹੋ ਰਹੀ ਆ। ਇਹਦੇ ਵਿੱਚ ਕੀ ਪੂੰਜੀ ਨਿਵੇਸ਼ ਘੱਟ ਹੁੰਦਾ, ਇਹਦੇ ਵਿੱਚ ਪੈਸਾ ਜ਼ਿਆਦਾ ਨਹੀਂ ਲਗਾਉਣਾ ਪੈਂਦਾ, ਤਾਂ ਕਿਸਾਨ ਇਹਨੂੰ ਇੱਕ ਖੇਤੀ ਸਹਾਇਕ ਧੰਦੇ ਵਜੋਂ, ਕਿ ਖੇਤੀ ਦੇ ਨਾਲ ਨਾਲ ਜੇ ਆਪਾਂ ਮਧੂ ਮੱਖੀ ਪਾਲਣ ਕਰ ਰਹੇ ਹਾਂ ਤਾਂ ਵੀ ਆਪਾਂ ਨੂੰ ਜ਼ਿਆਦਾ ਪੈਸਾ ਉਹਦੇ ਤੋਂ ਕਮਾ ਸਕਦੇ ਹਾਂ। ਸ਼ਹਿਦ ਤੋਂ ਬਿਨਾਂ ਮੱਖੀਆਂ ਦੇ ਛੱਤਿਆਂ ਤੋਂ ਮੋਮ ਬਣਦੀ ਹੈ, ਜਿਹੜੀ ਦਵਾਈਆਂ ਵਿੱਚ ਵਰਤੀ ਜਾਂਦੀ ਆ। ਵਪਾਰਕ ਤੌਰ 'ਤੇ ਆਪਾਂ ਸ਼ਹਿਦ ਪੈਦਾ ਕਰਦੇ ਹਾਂ ਤਾਂ ਉਹ ਸਾਰੀਆਂ ਕਿਹਨਾਂ ਤੋਂ ਮਿਲਦੀਆਂ? ਦੇਸੀ ਨਸਲਾਂ ਵਰਤਦੇ ਹਾਂ ਆਪਾਂ ਉਹਨਾਂ ਦੇ ਵਿੱਚ। ਨੈਕਸਟ ਹੈ ਕਿ ਵਪਾਰਕ ਪੱਧਰ 'ਤੇ ਜੇ ਆਪਾਂ ਸ਼ਹਿਦ ਉਤਪਾਦਨ ਕਰਨਾ ਤਾਂ ਇਸੇ ਲਈ ਇਟਲੀ ਦੀ ਮੱਖੀ ਦੀ ਵਰਤੋਂ ਕੀਤੀ ਜਾਂਦੀ ਹੈ, ਉਹ ਕਿਹੜੀ ਹੈ? ਐਪਿਸ ਮੈਲੀਫੇਰਾ। ਸ਼ਹਿਦ ਉਤਪਾਦਨ ਇਹਨਾਂ ਦੇ ਨਾਲ ਵੱਧ ਜਾਂਦਾ। ਦੇਸੀ ਦੇ ਵਿੱਚ ਕਿਹੜੀਆਂ ਹੈਗੀਆਂ? ਐਪਿਸ ਸੇਰਨਾ ਇੰਡੀਕਾ, ਐਪਿਸ ਡੋਰਸੇਟਾ ਅਤੇ ਐਪਿਸ ਫਲੋਰੀ। ਹੁਣ ਇਟਲੀ ਦੀ ਜਿਹੜੀ ਮਧੂ ਮੱਖੀ ਆ ਉਹ ਸ਼ਹਿਦ ਇਕੱਠਾ ਕਰਨ ਦੀ ਸਮਰੱਥਾ ਜ਼ਿਆਦਾ ਹੁੰਦੀ ਆ, ਡੰਗ ਵੀ ਘੱਟ ਮਾਰਦੀ ਆ, ਤਾਂ ਜਿਹੜਾ ਉਹਦਾ ਨਿਰਧਾਰਿਤ ਛੱਤਾ ਉਹਦੇ ਵਿੱਚ ਜ਼ਿਆਦਾ ਟਾਈਮ ਤੱਕ ਰਹਿੰਦੀ ਹੈ, ਅਤੇ ਪ੍ਰਜਨਨ ਕੇ ਉਹਨੇ ਅੱਗੇ ਵੀ ਆਪਣੇ ਤੋਂ ਜ਼ਿਆਦਾ ਮੱਖੀਆਂ ਹੋਰ ਪੈਦਾ ਕਰ ਸਕਦੀ ਆ। ਤਾਂ ਵਪਾਰਕ ਪੱਧਰ 'ਤੇ ਜੇ ਹੁਣ ਆਪਾਂ ਸ਼ਹਿਦ ਉਤਪਾਦਨ ਕਰਨਾ ਤਾਂ ਮੱਖੀ ਪਾਲਣ ਖੇਤਰ ਸਥਾਪਿਤ ਕੀਤੇ ਗਏ ਨੇ ਇਹਨਾਂ ਦੇ ਲਈ। ਹੁਣ ਸ਼ਹਿਦ ਦੀ ਕੀਮਤ ਅਤੇ ਗੁਣਵੱਤਾ ਕਿਹਦੇ 'ਤੇ ਨਿਰਭਰ ਕਰਦੀ ਕਿ ਸ਼ਹਿਦ ਕਿੰਨਾ ਮਹਿੰਗਾ, ਕਿੰਨਾ ਕੁ ਜ਼ਿਆਦਾ ਵਧੀਆ, ਕਿ ਕਿਹੜੀ ਥਾਂ ਦੇ ਉੱਪਰ ਰਹਿ ਰਹੀਆਂ ਮੱਖੀਆਂ ਦੁਆਰਾ ਪੈਦਾ ਕੀਤਾ ਗਿਆ, ਕਿਹੜੇ ਫਲਾਂ ਤੋਂ ਉਹਨਾਂ ਨੇ ਰਸ ਅਤੇ ਪਰਾਗਕਣ ਚੂਸਿਆ ਹੈ, ਇਕੱਠਾ ਕੀਤਾ। ਤਾਂ ਮੱਖੀਆਂ ਦੇ ਛੱਤੇ ਦੀ ਥਾਂ ਤੋਂ ਇਲਾਵਾ ਜਿਨ੍ਹਾਂ ਫਲਾਂ ਤੋਂ ਰਸ ਇਕੱਠਾ ਕੀਤਾ ਉਹਨਾਂ ਦੇ ਮੁਤਾਬਕ ਹੀ ਸ਼ਹਿਦ ਦਾ ਸਵਾਦ ਹੋਵੇਗਾ। ਥੈਂਕ ਯੂ।